इस चैनल को सब्सक्राइब करें और घंटा दबाना ना भूलें। उसकी आवाज को सुनो सारे, उसकी आवाज को सुनो सारे, क्योंकि हम उसकी भेड़ें हैं। उसकी आवाज को सुनो सारे। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੇਰੀ ਮਹਿਮਾ ਸਾਡੇ ਜੀਵਨ ਦੇ ਵਿੱਚ ਜਿੰਨੀ ਹੋਵੇ ਉਨੀ ਥੋੜੀ ਹੈ। ਤੂੰ ਸਾਨੂੰ ਆਪਣੇ ਵਚਨ ਦੇ ਨਾਲ ਆਪਣੀ ਸਿੱਖਿਆ ਦੇ ਕੇ ਆਪਣੇ ਰਾਜ ਦੇ ਗੂੜ ਭੇਤਾਂ ਨੂੰ ਦੱਸਦਾ ਹੋਇਆ ਸਾਨੂੰ ਆਪਣੇ ਮਾਰਗਾਂ ਦੇ ਉੱਤੇ ਲੈ ਕੇ ਚੱਲਦਾ ਹੈ। ਅਸੀਂ ਉਸ ਦੇ ਲਈ ਤੇਰੇ ਨਾਮ ਨੂੰ ਆਦਰ, ਮਾਣ ਅਤੇ ਸਤਿਕਾਰ ਦਿੰਦੇ ਹਾਂ। ਅੱਜ ਦੇ ਵਚਨ ਨੂੰ ਵੀ ਆਪ ਸਾਨੂੰ ਸਮਝਣ ਦੇ ਲਈ, ਸਿੱਖਣ ਦੇ ਲਈ ਅਤੇ ਸਿਖਾਉਣ ਦੇ ਲਈ ਆਪਣੇ ਆਤਮਾ ਦੇ ਰਾਹੀਂ ਮਦਦ ਕਰ, ਤਾਂ ਕਿ ਹਰ ਇੱਕ ਆਸ਼ੀਸ਼ ਪ੍ਰਾਪਤ ਕਰ ਤੇਰੇ ਨਾਮ ਦੀ ਮਹਿਮਾ ਕਰੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਇਬਰਾਨੀਆਂ ਦੀ ਪੁਸਤਕ 3 ਅਧਿਆਇ ਉਸ ਦੀ 7 ਅਤੇ 8 ਆਇਤ ਵਿੱਚ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ ਉਜਾੜ ਵਿੱਚ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਲਿਆ ਹੈ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਦਿਲ ਕਠੋਰ ਨਾ ਕਰੋ। ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਦਿਲ ਕਠੋਰ ਨਾ ਕਰੋ। ਅਕਸਰ ਮੈਂ ਦੇਖਿਆ ਹੈ ਕਈ ਜਗ੍ਹਾ ਦੇ ਉੱਤੇ ਔਰ ਕਈ ਮੰਡਲੀਆਂ ਦੇ ਵਿੱਚ, ਕਈ ਭਾਈ ਭੈਣਾਂ ਦੇ ਵਿੱਚ, ਜਦੋਂ ਆਵਾਜ਼ ਪਰਮੇਸ਼ਵਰ ਦੇ ਸੱਚ ਦੀ ਵਚਨ ਦੇ ਅਨੁਸਾਰ ਦਿੱਤੀ ਜਾਂਦੀ ਹੈ ਤਾਂ ਆਪਣੇ ਮਨਾਂ ਨੂੰ ਉਸ ਗੱਲ ਦੇ ਲਈ ਕਠੋਰ ਕਰ ਲੈਂਦੇ। ਉਹ ਸੱਚ ਦੇ ਉੱਤੇ ਖਲੋਂਦੇ ਨਹੀਂ। ਜਿਵੇਂ ਸੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਸ ਦੇ ਉੱਤੇ ਜਾਂ ਤਾਂ ਬਹਾਨਾ ਮਾਰ ਦਿੰਦੇ ਆ, ਜਾਂ ਪਿੱਠ ਤੋਂ ਮੂੰਹ ਫੇਰ ਕੇ ਨਿਕਲ ਜਾਂਦੇ ਆ, ਜਾਂ ਫਿਰ ਚੋਰੀ ਉਸ ਦੇ ਨਾਲ ਮਿਲ ਕੇ ਉਸ ਦੇ ਨਾਲ ਸੰਗਤ ਕਰਦੇ ਰਹਿੰਦੇ। ਪਰ ਜਦੋਂ ਲੇਖਕ ਇਬਰਾਨੀਆਂ ਦਾ ਇਹ ਗੱਲ ਲਿਖ ਰਿਹਾ ਸੀ ਤਾਂ ਇੱਕ ਵੱਡੀ ਸੱਚਾਈ ਯਹੂਦੀ ਮਸੀਹਾਂ ਨੂੰ ਲਿਖ ਰਿਹਾ ਸੀ, ਕਿਉਂਕਿ ਉਹ ਸ਼ਰ੍ਹਾ ਨੂੰ ਦੇਖ ਕੇ ਸ਼ਰ੍ਹਾ ਦੇ ਉੱਤੇ ਮਨ ਲਾ ਕੇ ਚੱਲ ਰਹੇ ਸੀ ਅਤੇ ਉਸ ਦੇ ਨਾਲ ਕੰਪਰੋਮਾਈਜ਼ ਨਹੀਂ ਸੀ ਕਰ ਰਹੇ। ਉਹ ਯਿਸੂ ਮਸੀਹ ਦੇ ਉੱਤੇ ਸਵਾਲੀਆ ਨਿਸ਼ਾਨ ਲਿਆ ਰਹੇ ਸੀ। ਤਦ ਪੌਲੁਸ ਨੂੰ ਇਹ ਗੱਲ, ਲੇਖਕ ਨੂੰ ਇਹ ਗੱਲ ਲਿਖਣੀ ਪਈ, ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਮੈਨੂੰ ਇੱਥੇ ਇੱਕ ਗੱਲ ਚੇਤਾ ਆਉਂਦੀ ਹੈ, ਚਿੰਗੇਲ ਨਾਮ ਦਾ ਇੱਕ ਰੁੱਖ ਬਹੁਤ ਹੀ ਖਾਸ ਰੁੱਖ ਹੈ। ਇਹ ਕੋਲੰਬੀਆ ਦੇ ਦੱਖਣੀ ਅਮਰੀਕਾ ਵਿੱਚ ਉੱਗਦਾ ਹੈ। ਇਹਦੀ ਖਾਸੀਅਤ ਮੈਂ ਆਪ ਨੂੰ ਬਿਆਨ ਕਰਨ ਜਾ ਰਿਹਾ, ਪਰ ਇਸ ਦੇ ਵਾਧੇ ਸਮੇਂ ਰਸ ਹੌਲੀ ਹੌਲੀ ਰਾਲ ਵਿੱਚ ਤਬਦੀਲ ਹੋ ਜਾਂਦਾ ਹੈ, ਮਤਲਬ ਸਖਤ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਿਵੇਂ ਜਿਵੇਂ ਸਾਲ ਲੰਘਦੇ ਹਨ
तद तक सख्त होई जाता है जद तक हौली हौली रुख दे जीवन नूं रोक नहीं दिंदा। मतलब ਉਹਦਾ ਗੁੱਡਾਪਨ, ਉਹਦਾ अंदर ਦਾ ਜਿਹੜਾ ਨਰਮਾਈ ਵਾਲਾ ਭਾਗ ਉਹਨੂੰ ਸਖਤ ਕਰ ਦਿੰਦਾ, ਉਹ ਅੱਗੇ ਨਹੀਂ ਵੱਧਦਾ। ਅਤੇ ਰਾਲ ਜਦੋਂ ਸਖਤ ਹੋ ਜਾਂਦੀ ਹੈ ਤਾਂ ਲੱਕੜ ਦੀ ਰਚਨਾ ਨੂੰ ਰੁੱਖ ਦੀ ਮੌਤ ਤੱਕ ਬਦਲ ਦਿੰਦੀ ਹੈ। ਇਹ ਉਸ ਰੁੱਖ ਦੀ ਖਾਸੀਅਤ, ਇੱਕ ਪਛਾਣ ਦਿੱਤੀ ਗਈ ਹੈ ਅਤੇ ਬਦਲਾਹਟ ਉਸ ਨੂੰ ਪੱਥਰ ਵਾਂਗ ਬਣਾ ਦਿੰਦੀ ਹੈ ਅਤੇ ਰੁੱਖ ਦਾ ਤਣਾ ਕਠੋਰ ਹੋ ਜਾਂਦਾ ਹੈ ਅਤੇ ਡਿੱਗ ਪੈਂਦਾ ਹੈ। ਦਿਖਾਈ ਲੱਕੜ ਵਾਂਗ ਦਿੰਦਾ ਹੈ ਪਰ ਸਖਤ ਪੱਥਰ ਵਾਂਗ ਹੁੰਦਾ ਹੈ। ਅੱਜ ਦੀ ਆਇਤ ਜਿਹੜੀ ਅਸੀਂ ਪੜ੍ਹੀ ਹੈ ਸਾਡੇ ਲਈ ਚੇਤਾਵਨੀ ਕਿ ਸਾਡੇ ਦਿਲ ਇਸ ਰੁੱਖ ਵਾਂਗ ਨਾ ਹੋਣ। ਜਿਵੇਂ ਰਸ ਹੁੰਦਾ ਹੈ ਤੇ ਅਸੀਂ ਸਖਤ ਹੁੰਦੇ ਜਾਂਦੇ ਹਾਂ। ਪਰਮੇਸ਼ਰ ਦੀਆਂ ਚੇਤਾਵਨੀਆਂ ਅਕਸਰ ਸਾਡੇ ਜੀਵਨ ਵਿੱਚ ਆਉਂਦੀਆਂ ਹੈ। ਪਰਮੇਸ਼ਰ ਅਕਸਰ ਸਾਨੂੰ ਆਪਣੇ ਵਚਨ ਵਿੱਚੋਂ ਸਾਨੂੰ ਸਿਖਾਉਂਦਾ ਨਜ਼ਰ ਆਉਂਦਾ ਹੈ। ਫਿਰੌਨ ਨਾਲ ਪਰਮੇਸ਼ਰ ਦਾ ਵਰਤਾਓ ਦੇ ਵਰਣਨ ਵਿੱਚ ਜਦ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕਰਾਇਆ, ਪਰਮੇਸ਼ਰ ਨੇ ਆਪਣੀ ਪੂਰੀ ਮਰਜ਼ੀ ਕਰਨ ਲਈ ਸਨੇਹੇ ਅਤੇ ਬਾਵਾਂ ਉੱਥੇ ਭੇਜੀਆਂ, ਪਰ ਫਿਰੌਨ ਤਾਂ ਲਿਖਿਆ ਦਿਲ ਸਖਤ ਤੇ ਸਖਤ ਹੁੰਦਾ ਗਿਆ। ਅੰਤ ਕੀ ਹੋਇਆ? ਅੰਤ ਕੀ ਹੋਇਆ? ਅਸੀਂ ਪੜ੍ਹਦੇ ਹਾਂ, ਅੰਤ ਉਸ ਦਾ ਨਾਸ਼ ਹੋ ਗਿਆ, ਉਸ ਦੀ ਪਰਜਾ ਦਾ ਨਾਸ਼ ਹੋ ਗਿਆ। ਕਹਿਣ ਦਾ ਭਾਵ ਜਦੋਂ ਦਿਲ ਸਖਤ ਕਰ ਲੈਂਦੇ ਹਾਂ ਤਾਂ ਮੌਤ ਨੂੰ ਪੈਦਾ ਕਰਦਾ ਹੈ। ਮੈਂ ਅਕਸਰ ਕਈ ਵਾਰ ਜਦੋਂ ਪਿੰਡਾਂ ਦੇ ਵਿੱਚ ਪਰਮੇਸ਼ਵਰ ਦੀ ਖੁਸ਼ਖਬਰੀ ਨੂੰ, ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਨਿਕਲਦਾ ਹਾਂ ਅਤੇ ਕਈ ਆਪਣਾ ਭਾਈ ਭੈਣਾਂ ਨੂੰ ਦਿੰਦਾ ਹਾਂ ਤੇ ਉਹਨਾਂ ਨੂੰ ਕਹਿੰਦਾ ਹਾਂ, ਭਾਈ ਇਹ ਪਰਮੇਸ਼ਵਰ ਦੀ ਬਾਣੀ ਹੈ, ਇਹ ਉਸ ਪਰਮੇਸ਼ਵਰ ਦੀ ਬਾਣੀ ਹੈ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਜਿਹਨੇ ਸਾਰਾ ਬ੍ਰਹਿਮੰਡ ਰਚਿਆ ਅਤੇ ਜਿਹੜਾ ਮਨੁੱਖਾਂ ਦੇ ਜੀਵਨ ਦੇ ਬਾਰੇ ਚਿੰਤਾ ਕਰਦਾ ਹੈ, ਜਿਹੜਾ ਮਨੁੱਖੀ ਪਰਿਵਾਰਾਂ ਦੇ ਬਾਰੇ ਚਿੰਤਾ ਕਰਦਾ ਹੈ ਕਿ ਉਹ ਮੌਤ ਦੇ ਅਧੀਨ ਨਾ ਹੋਣ, ਉਹ ਮੌਤ ਤੋਂ ਬਚ ਜਾਣ। ਇਹ ਮੌਤ ਪਾਪ ਦੇ ਕਾਰਨ ਆਉਂਦੀ ਹੈ, ਇਸ ਲਈ ਉਹ ਪਾਪ ਤੋਂ ਛੁਟਕਾਰੇ ਦਾ ਵਚਨ ਜੋ ਮੈਂ ਆਪ ਕੋਲ ਲੈ ਕੇ ਆਇਆ ਆਪ ਨੂੰ ਦੇਣਾ ਚਾਹੁੰਦਾ। ਲੈ ਹਾਂ, ਅਸੀਂ ਕਿੱਥੇ ਪਵਿੱਤਰ ਹੋਣਾ ਹੈ? ਦੁਨੀਆ ਤਾਂ ਪਵਿੱਤਰ ਹੋਈ ਨਹੀਂ, ਹਜੇ ਟਾਈਮ ਹੈਗਾ ਜੀ। ਕਾਕਾ ਕੱਲ ਨੂੰ ਆਈ, ਪਤਾ ਜੇ ਟਾਈਮ ਹੈ ਨਹੀਂ। ਬਹੁਤ ਸਾਰੇ ਬਹਾਨੇ ਇਹ ਕਠੋਰ ਦਿਲਾਂ ਦੇ ਸਾਨੂੰ ਸੁਣਨ ਨੂੰ ਮਿਲਦੇ ਹੈ, ਪਰ ਪਰਮੇਸ਼ਵਰ ਦੀ ਆਵਾਜ਼ ਉਹਨਾਂ ਕੋਲ ਪਹੁੰਚਦੀ ਹੈ। ਫਿਰੌਨ ਕੋਲ ਵੀ ਪਰਮੇਸ਼ਵਰ ਦੀ ਆਵਾਜ਼ ਪਹੁੰਚੀ, ਮੇਰੇ ਲੋਕਾਂ ਨੂੰ ਜਾਣ ਦੇ, ਭਗਤੀ ਕਰਨ ਦੇ ਲਈ ਜਾਣ ਦੇ। ਇਹ ਪਹਿਲੀ ਗੱਲ ਹੈ, ਪਹਿਲੀ ਚੇਤਾਵਨੀ ਹੈ ਪਰਮੇਸ਼ਵਰ ਦੀ ਭਗਤੀ ਦੇ ਲਈ, ਜਾਣ ਦੇ ਲਈ। ਜਦੋਂ ਪਰਮੇਸ਼ਵਰ ਸੱਦਦਾ ਹੈ ਤਾਂ ਰੁਕਣਾ ਨਹੀਂ ਚਾਹੀਦਾ ਹੈ, ਉਹਦੇ ਕੋਲ ਜਾਣਾ ਚਾਹੀਦਾ। ਜਦੋਂ ਅੰਦਰੋਂ ਆਵਾਜ਼ ਆਵੇ ਤਾਂ ਰੁਕਣਾ ਨਹੀਂ। ਜਦੋਂ ਅਸੀਂ ਆਪਣਾ ਉਹ ਆਵਾਜ਼ ਨੂੰ ਸੁਣ ਕੇ ਕਠੋਰ ਕਰ ਲੈਂਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੀ ਉਸ ਆਵਾਜ਼ ਨੂੰ ਨਕਾਰਦੇ ਹੋਏ ਆਪਣੇ ਜੀਵਨ 'ਚ ਉਸ ਜੀਵਨ ਨੂੰ ਲੈ ਕੇ ਆਉਂਦੇ ਹਾਂ ਜਿਹੜਾ ਜੀਵਨ ਨਾਸ਼ਵਾਨ ਹੈ। ਪਰਮੇਸ਼ਵਰ ਦੀ ਭਗਤੀ ਦੇ ਵਿੱਚ ਜੀਵਨ ਹੈ ਔਰ ਪਰਮੇਸ਼ਵਰ ਦੀ ਨਾ ਭਗਤੀ ਦੇ ਵਿੱਚ ਵਿਨਾਸ਼ ਹੈ। ਇਸਰਾਈਲੀਆਂ ਨੂੰ ਪਰਮੇਸ਼ਵਰ ਨੇ ਆਵਾਜ਼ ਦਿੱਤੀ, ਇਸਰਾਈਲੀ ਤੁਰੇ ਤੇ ਫਿਰੌਨ ਸਖਤ ਹੋਇਆ ਤੇ ਉਸ ਦਾ ਰਾਜ ਨਾਸ਼ ਹੋਇਆ। ਪਹਿਲੀ ਗੱਲ ਸਾਨੂੰ ਇਹ ਪਤਾ ਲੱਗਦੀ ਹੈ ਕਿ ਜਦੋਂ ਪਰਮੇਸ਼ਵਰ ਸਾਨੂੰ ਆਪਣੀ ਭਗਤੀ ਦੇ ਲਈ ਸੱਦੇ
सानू उहदे कोल जाना चाहिए। दूसरी गल, जदों परमेश्वर की सच्चाई सानू पता लगती है तो उसनू सच बोलण तो रुकना नहीं चाहिए। इत्थे मैनू घटना चेता आउंदी है बिलेआम। जदों बलाक राजा नू पता लगा कि इसराइली इत्थों होके जाण वाले आ, किते साडा नाश ना कर देण, तद उसने उन्हां नू शराप देण दे लई बिलेआम नू अपने कोल सद्दिया। बिलेआम जानदा भी सी, फिर भी वो लालच दे विच आके उन्हां दे लई शराप देण नू तैयार हो गया, पर उहदे मूँह दे विचों परमेश्वर की आशीष ही निकली। असीं जानते हाँ कई बार सच्चाइयां नू ये गल गलत है, ये नहीं करनी चाहिए है, और ये परमेश्वर के विरोध विच है, ये परमेश्वर की चेतावनी है, पर असीं उस चेतावनी नू दरकिनार कर दिंदे हाँ, तद भी असीं अपने जीवन दे विच अपना नुकसान उठाते हैं। प्यारो, ये दूसरी गल है, जदों असीं परमेश्वर की आवाज़ सुनीए मेरे भाई अते भैन कि ये गल गलत है, सानू इस व्यक्ति का साथ नहीं देना चाहिए, सानू इस गल दे नाल नहीं चलना चाहिए। ये गल परमेश्वर दे वचन अते परमेश्वर दी कलीसिया अते परमेश्वर दे लोकां दे विरोध विच है, सानू इसका साथ नहीं देना। जदों असीं उसकी आवाज़ सुन के भी अपने मन नू कठोर करते हाँ, तां परमेश्वर दा क्रोध जिवें बिलेआम दे जीवन दे विच आया, तिवें साडे जीवन दे विच आया। ये दूसरी गल है। तीसरी गल, परमेश्वर दी बाणी जदों साडे कोल पहुंचदी है, भाव खुशखबरी जदों साडे कोल आउंदी है, ये दसदी है यू आर द सिनर, मन फिराव दे लई आउंदी है। जिमें प्रभु यीशु मसीह ने प्रचार शुरू किया, तौबा करो, मन फिराओ, स्वर्ग दा राज नेड़े आया है, स्वर्ग दा राज तुहाडे विच है। जे असीं सुन के मन नहीं फिराउंदे तां असीं अपने उत्ते सजाए मौत दा हुक्म लिआउंदे। तीसरी गल है, परमेश्वर दी आवाज़ खुशखबरी दे मानंद मेरे कोल पहुंचती है, और हर कोई तुहाडे कोल लेके आ रहा है। ये खुशखबरी है की है? सर्वत्र सृष्टि पाप दे अधीन सी, और पाप दा उन्हां दे उत्ते पूरा जोर सी, अते इस पाप दे कारण मौत हर एक मनुख दे उत्ते ठहरी हुई सी, अते मौत ने उन्हां नूं अपणियां बेड़ियां नाल जकड़िया होया सी, कोई उस तो नठ नहीं सी सकदा, बच नहीं सी सकदा। पर परमेश्वर ने इस मौत तो बचण दे लई इंतजाम कीता, अपने प्यारे पुत्र प्रभु यीशु मसीह नूं, जिहड़ा मनुख जाति दे विच इकल्ला ही सर्वोत्तम पवित्र अते सत्य अते प्रेम दे नाल भरपूर सी, जिहड़ा पापी मनुख नूं बचाउण दे लई कालवरी क्रूस दे उत्ते उस दे सारे पापां दा ऋण चुकाउण दे लई मारिया गया, दफन कीता गया, अते तीसरे दिहाड़े जी उठिया। कादे लई? मैनू अते आप नूं सदीपक जिउण देण दे लई। जदों असीं उस परमेश्वर दे कल्ले हुए पुत्र प्रभु यीशु मसीह दे उत्ते नेचा करदे हां, अपने दिलां नूं कठोर नहीं करदे, तद परमेश्वर सानू माफी दे के अपना पुत्र बना के सानू सदीपक जिउण दिंदा है। इत्थे मैनू घटना चेता आउंदी है दाऊद दी, जिहड़ा कि दूसरा शैमुएल 11 अध्याय दे विच पाप करदा है, अपने ही राज दे कर्मचारी दी पत्नी हित्ती उरिया दे नाल जना करदा है। अते दूसरे पल जदों असीं 12 अध्याय पढ़दे हां दूसरा शैमुएल दे, तां उत्थे
ਉਸੇ ਰਾਜ ਦਾ ਨਬੀ ਨਾਤਾਨ ਉਸ ਨੂੰ ਇੱਕ ਕਹਾਣੀ ਦੇ ਰਾਹੀਂ ਦੱਸਦਾ ਹੈ ਕਿ ਯੂ ਆਰ ਸਿਨਰ। ਪਰਮੇਸ਼ਵਰ ਕਹਿੰਦਾ ਹੈ ਤੂੰ ਪਾਪੀ ਹੈ। ਉਸੇ ਵੇਲੇ ਉਹ ਪਰਮੇਸ਼ਵਰ ਕੋਲ ਉਸੇ ਵੇਲੇ ਕਹਿੰਦਾ ਹੈ ਮੈਨੂੰ ਮਾਫ ਕਰ। ਤਾਂ ਨਾਤਾਨ ਨਬੀ ਵੀ ਉਸੇ ਵੇਲੇ ਕਹਿੰਦਾ ਜਾ, ਪਰਮੇਸ਼ਵਰ ਨੇ ਤੈਨੂੰ ਮਾਫ ਕੀਤਾ। ਪਿਆਰੋ, ਜਦੋਂ ਪਰਮੇਸ਼ਵਰ ਦੀ ਖੁਸ਼ਖਬਰੀ, ਜਦੋਂ ਪਰਮੇਸ਼ਵਰ ਦਾ ਸੁਸੰਦੇਸ਼ ਮੇਰੇ ਕੋਲ ਆਉਂਦਾ ਹੈ ਕਿ ਅੱਜ ਤੁਹਾਡੇ ਲਈ ਮੁਕਤੀ ਦਾ ਦਿਨ ਹੈ, ਅੱਜ ਤੁਹਾਡੇ ਕੋਲ ਮਨ ਫਿਰਾਉਣ ਦਾ ਦਿਨ ਹੈ, ਤੁਸੀਂ ਉਸ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਕੋਲ ਮਾਫੀ ਮੰਗੋ ਤਾਂ ਉਹ ਤੁਹਾਨੂੰ ਮਾਫੀ ਦੇਵੇਗਾ। ਉਹਦੀ ਕਿਰਪਾ ਤੁਹਾਡੇ ਉੱਤੇ ਆਵੇਗੀ। ਉਹ ਤੁਹਾਨੂੰ ਆਪਣੇ ਪੁੱਤਰ ਹੋਣ ਦਾ ਹੱਕ ਦੇਵੇਗਾ, ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ। ਕਿਉਂਕਿ ਯਹੋਨਾ 1 ਅਧਿਆਇ ਉਸ ਦੀ 12 ਆਇਤ ਦੇ ਵਿੱਚ ਲਿਖਿਆ ਹੈ, ਜਿਨ੍ਹਾਂ ਨੇ ਉਸ ਨਾਮ ਨੂੰ ਸਵੀਕਾਰ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ। ਯਹੋਨਾ 3:16 ਦੇ ਵਿੱਚ ਜਦੋਂ ਅਸੀਂ ਉਸ ਨੂੰ ਸਵੀਕਾਰ ਕਰਦੇ ਹਾਂ ਤਾਂ ਉਹ ਸਾਨੂੰ ਸਦੀਪਕ ਜਿਉਣ ਦਿੰਦਾ ਹੈ, ਭਾਵ ਸਦਾ ਦੀ ਜ਼ਿੰਦਗੀ ਦਿੰਦਾ ਹੈ। ਕਿਉਂ? ਕਿਉਂਕਿ ਉੱਥੇ ਲਿਖਿਆ ਹੈ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਜਿਹੜਾ ਉਸ ਉੱਤੇ ਨਿਹਚਾ ਕਰੇ ਉਹ ਨਾਸ਼ ਨਾ ਹੋਵੇ ਬਲਕਿ ਸਦੀਪਕ ਜਿਉਣ ਪ੍ਰਾਪਤ ਕਰੇ, ਸਦਾ ਦਾ ਜੀਵਨ। ਰੋਮੀਆਂ 6:23 ਦੇ ਵਿੱਚ ਲਿਖਿਆ ਹੈ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯਿਸੂ ਵਿੱਚ ਸਦੀਪਕ ਜਿਉਣ ਹੈ। ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਵਰ ਅੱਜ ਵੀ ਆਪ ਸਭ ਨੂੰ, ਹਰ ਇੱਕ ਦੁਨੀਆ ਦੇ ਮਨੁੱਖ ਨੂੰ ਖੁੱਲਾ ਸੱਦਾ ਦੇ ਰਿਹਾ ਹੈ, ਖੁੱਲੀ ਆਪਣੀ ਆਵਾਜ਼ ਦੇ ਰਿਹਾ ਹੈ, ਤੌਬਾ ਕਰੋ, ਮਨ ਫਿਰਾਓ, ਪਰਮੇਸ਼ਵਰ ਦਾ ਰਾਜ ਤੁਹਾਡੇ ਵਿੱਚ ਹੈ। ਪਰਮੇਸ਼ਵਰ ਕਹਿੰਦਾ ਹੈ ਮੈਨੂੰ ਤੁਹਾਡੇ ਮਰਨ ਤੋਂ ਖੁਸ਼ੀ ਨਹੀਂ, ਮਨ ਫਿਰਾਓ, ਮੁੜੋ ਤੇ ਜਿਉਂਦੇ ਰਹੋ। ਉਹ ਆਪ ਨੂੰ ਅੱਜ ਆਪਣੀ ਆਵਾਜ਼ ਦੇ ਰਾਹੀਂ ਜੀਵਨ ਦੇ ਰਿਹਾ ਹੈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ। ਜੇ ਤੁਸੀਂ ਅੱਜ ਉਸ ਦੀ ਆਵਾਜ਼ ਸੁਣੀ ਹੈ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਉਸ ਆਵਾਜ਼ ਨੂੰ ਸੁਣ ਕੇ ਮਨ ਫਿਰਾਓ ਅਤੇ ਪਰਮੇਸ਼ਵਰ ਦੇ ਬੱਚੇ ਬਣ ਕੇ ਉਸ ਦੇ ਰਾਜ ਦੇ ਅਧਿਕਾਰੀ ਬਣੋ। ਜਿਨ੍ਹਾਂ ਨੇ ਇਹ ਮਨ ਫਿਰਾ ਲਿਆ ਹੈ ਉਹ ਜਿਉਂਦੀ ਆਸ ਦੇ ਲਈ ਨਿਤ ਪ੍ਰਤੀ ਦਿਨ ਪਰਮੇਸ਼ਵਰ ਦੇ ਵਚਨ ਦੀ ਸੰਗਤ ਕਰਦੇ ਹੋਏ ਉਸ ਦੇ ਸਵਰਗੀ ਰਾਜ ਦੀ ਜਿਉਂਦੀ ਆਸ ਵਿੱਚ ਵਧਦੇ ਜਾਓ, ਤਾਂ ਕਿ ਪਰਮੇਸ਼ਵਰ ਦਾ ਪ੍ਰਤੀਫਲ ਜਿਹੜਾ ਹਰ ਇੱਕ ਜੀਵਨ ਦੇ ਲਈ ਜਿਹਨੇ ਵਿਸ਼ਵਾਸ ਕੀਤਾ ਹੈ ਕਿ ਉਹ ਮੇਰੇ ਨਾਲ ਮੇਰੇ ਸੱਜੇ ਬੰਨੇ ਬੈਠ ਕੇ ਰਾਜ ਕਰੇਗਾ, ਉਸ ਨੂੰ ਮਿਲੇਗਾ। ਇਸ ਲਈ ਅੱਜ ਪਰਮੇਸ਼ਵਰ ਦੇ ਵਚਨ ਦੀ ਆਵਾਜ਼ ਤੁਹਾਡੇ ਕੋਲ ਆਈ ਹੈ। ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਆਵਾਜ਼ ਸੁਣ ਕੇ ਪਰਮੇਸ਼ਵਰ ਦੀ ਮੁਕਤੀ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕਰੋ। ਪਰਮੇਸ਼ਵਰ ਉਸ ਮੁਕਤੀ ਨੂੰ ਜੋ ਉਸਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਅਤੇ ਆਪ ਦੇ ਵਿੱਚ ਘੱਲੀ ਹੈ, ਪ੍ਰਾਪਤ ਕਰਨ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ ਦੀ ਮਹਾਰਾਜ।